ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਤੀਸਰੇ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, ਜਿਸ ਨੂੰ ਕਿ H. ਮੁਨਰੋ ਸਾਕੀ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਸੈਕਿੰਡ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇਸ ਚੈਪਟਰ ਦੀ ਐਕਸਪਲੇਨੇਸ਼ਨ ਸਟਾਰਟ ਕੀਤੀ ਹੋਈ ਹੈ ਅਤੇ ਇਸ ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਮੈਂ ਪਹਿਲਾ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਤਾਂ ਇਸ ਵੀਡੀਓ ਦੇ ਵਿੱਚ ਮੈਂ ਪੇਜ ਨੰਬਰ 16 ਦਾ ਸਾਰਾ ਹਿੱਸਾ, ਜਿਸ ਦੇ ਵਿੱਚ ਇਸ ਚੈਪਟਰ ਦਾ ਇੰਟਰੋਡਕਟਰੀ ਪੈਰਾਗ੍ਰਾਫ ਵੀ ਸ਼ਾਮਿਲ ਹੈ, ਅਤੇ ਪੇਜ ਨੰਬਰ 17 ਦਾ ਕਾਫੀ ਹਿੱਸਾ ਉਸ ਵੀਡੀਓ ਦੇ ਵਿੱਚ ਮੈਂ ਆਲਰੇਡੀ ਐਕਸਪਲੇਨ ਕਰ ਚੁੱਕਿਆ ਹਾਂ। ਸਟੂਡੈਂਟਸ, ਇਹ ਚੈਪਟਰ 2 ਸੀਨਸ ਦੇ ਵਿੱਚ ਲਿਖਿਆ ਗਿਆ ਹੈ। ਤਾਂ ਪਹਿਲੇ ਵੀਡੀਓ ਦੇ ਵਿੱਚ ਮੈਂ ਪਹਿਲਾ ਸੀਨ ਸਾਰਾ ਤੁਹਾਡੇ ਨਾਲ ਡਿਸਕਸ ਕੀਤਾ ਹੈ, ਜਿਸ ਵਿੱਚ ਇਸ ਚੈਪਟਰ ਦੇ ਪਹਿਲੇ 9 ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਤਾਂ ਜੇਕਰ ਤੁਹਾਡਾ ਵੀਡੀਓ ਬੱਚਿਓ ਇਹ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਕਿ ਤੁਸੀਂ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕੋ। ਹਾਂਜੀ, ਹੁਣ ਸਾਡਾ ਸੈਕਿੰਡ ਸੀਨ ਸ਼ੁਰੂ ਹੋ ਰਿਹਾ ਜੀ। ਪਹਿਲਾ ਸੀਨ ਸਾਡਾ ਖਤਮ ਹੋ ਗਿਆ, ਜੋ ਕਿ ਪਹਿਲੇ ਪੁਆਇੰਟ ਤੋਂ 9ਵੇਂ ਪੁਆਇੰਟ ਤੱਕ ਸੀ। ਤਾਂ 10ਵੇਂ ਪੁਆਇੰਟ ਤੋਂ ਸਾਡਾ ਐਕਚੁਅਲ ਕੀ ਹੈ ਕਿ ਸੈਕਿੰਡ ਸੀਨ ਸ਼ੁਰੂ ਹੋ ਜਾਂਦਾ ਹੈ। ਤਾਂ ਫਸਟ ਸੀਨ ਅਸੀਂ ਆਲਰੇਡੀ ਕਰ ਚੁੱਕੇ, ਸੈਕਿੰਡ ਸੀਨ ਅਸੀਂ ਸਟਾਰਟ ਕਰ ਰਹੇ ਹਾਂ। The poll was drawing to a close in the Locumiston division। ਹੁਣ ਪੋਲ ਦਾ ਮਤਲਬ ਬੇਟਾ ਚੋਣਾਂ ਨੂੰ ਕਿਹਾ ਜਾਂਦਾ। ਹੁਣ ਜਿਹੜੀਆਂ ਚੋਣਾਂ ਨੇ ਉਹ ਆਲਮੋਸਟ ਖਤਮ ਹੋਣ ਤੇ ਨੇ। ਡਰਾਇੰਗ ਟੂ ਅ ਕਲੋਜ਼, ਡਰਾ ਟੂ ਅ ਕਲੋਜ਼ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਐਂਡ ਹੋਣਾ। ਠੀਕ ਹੈ, ਇਹ ਇਕੱਠਾ ਆਉਂਦਾ ਹੈ ਵਰਡਸ, ਇੱਕ ਫਰੇਜ਼ ਇਕੱਠੇ ਆਉਂਦੇ ਹੈ। ਡਰਾ ਟੂ ਅ ਕਲੋਜ਼, ਇਹਦਾ ਮਤਲਬ ਕਿਸੇ ਚੀਜ਼ ਦਾ ਖਤਮ ਹੋਣਾ। ਹੁਣ ਜਿਹੜੀਆਂ ਚੋਣਾਂ ਨੇ ਖਤਮ ਹੋ ਰਹੀਆਂ ਨੇ ਕਿੱਥੇ? ਲੈਕੋਮਿਸਟਨ ਡਿਵੀਜ਼ਨ। ਹੁਣ ਇਹ ਲੈਕੋਮਿਸਟਨ ਡਿਵੀਜ਼ਨ ਕਿਸੇ ਜਗ੍ਹਾ ਦਾ ਨਾਮ ਹੋਣਾ ਟਰਕੀ 'ਚ, ਕਿਉਂਕਿ ਐਲ ਵੱਡੀ ਪਈ ਹੈ। ਤਾਂ ਉਸ ਏਰੀਆ ਦੇ ਵਿੱਚ ਚੋਣਾਂ ਹੁਣ ਖਤਮ ਹੋਣ ਜਾ ਰਹੀਆਂ ਨੇ। The candidate of the Young Turkish Party was known to be 300 or 400 votes ahead। ਹੁਣ ਤੁਹਾਨੂੰ ਪਤਾ ਹੈ ਬੇਟਾ ਕਿ ਸਾਨੂੰ ਇੱਕ ਪਾਰਟੀ ਦਾ ਤਾਂ ਪਤਾ ਹੈ ਜਿਹੜੀ ਚੋਣਾਂ 'ਚ ਖੜੀ ਹੋਈ ਹੈ, ਪਹਿਲਾਂ ਜ਼ਿਕਰ ਫਸਟ ਸੀਨ 'ਚ ਆਇਆ ਸੀ। ਉਹ ਕਿਹੜੀ ਸੀ? ਯੰਗ ਤਰਕਿਸ਼ ਪਾਰਟੀ, ਜਿਹਦਾ ਚੋਣ ਨਿਸ਼ਾਨ ਕੀ ਸੀ? ਕ੍ਰੈਸੈਂਟ, ਹਾਫ ਮੂਨ। ਯਾਦ ਹੈ, ਪਹਿਲੇ ਸੀਨ 'ਚ ਆਇਆ ਸੀ ਇਹ। ਜਦੋਂ ਕਹਿੰਦਾ ਹੁੰਦਾ ਕਹਿੰਦੇ ਆਪਾਂ ਲੇਡੀਜ਼ ਨੂੰ ਇਹ ਵੀ ਦੱਸ ਦਾਂਗੇ ਵੀ ਉਹਨਾਂ ਨੇ ਕਿਹੜੇ ਕੈਂਡੀਡੇਟ ਨੂੰ ਵੋਟ ਪਾਣੀ ਹੈ, ਤਾਂ ਉਹਨਾਂ ਨੂੰ ਜਿਹੜੀ ਮੋਹਰ ਦੇਵਾਂਗੇ ਉਹ ਮੋਹਰ ਵੀ ਕਿਹੜੀ ਹੋਊਗੀ? ਹਾਫ ਮੂਨ ਵਾਲੀ। ਉਹ ਹਾਫ ਮੂਨ ਕਿਉਂ ਕਹਿੰਦਾ ਉਸ ਸਮੇਂ? ਕਿਉਂਕਿ ਹਾਫ ਮੂਨ ਯੰਗ ਤਰਕਿਸ਼ ਪਾਰਟੀ ਦਾ ਸਿੰਬਲ ਹੈ। ਜਿਵੇਂ ਸਾਡੀਆਂ ਪੋਲੀਟੀਕਲ ਪਾਰਟੀ ਦੇ ਸਿੰਬਲ ਹੁੰਦੇ ਆ, ਕਿਸ ਦਾ? ਜਿਵੇਂ BJP ਦਾ ਕਮਲ ਦਾ ਫੁੱਲ ਹੈ, ਕਾਂਗਰਸ ਦਾ ਹੈਂਡ ਹੈ, ਐਵੇਂ ਹੁੰਦੇ ਆ ਨਾ, ਸਿੰਬਲਸ ਹੁੰਦੇ ਆ ਪੋਲੀਟੀਕਲ ਪਾਰਟੀ ਦੇ। ਤਾਂ ਯੰਗ ਤਰਕਿਸ਼ ਪਾਰਟੀ ਜਿਹੜੀ ਸੀ, ਜਿਸ ਦਾ ਉਹ ਮਿਨਿਸਟਰ ਸੀਗਾ, ਵਜ਼ੀਰ ਸੀਗਾ, ਉਹਨਾਂ ਦਾ ਸਿੰਬਲ ਕੀ ਹੈ? ਕ੍ਰੈਸੈਂਟ। ਕ੍ਰੈਸੈਂਟ ਸਮਝਦੇ ਹੋ? ਅੱਧਾ ਚੰਨ ਉਹਨੂੰ ਕਹਿੰਦੇ ਆ। ਹੁਣ ਜਿਹੜੀ ਯੰਗ ਤਰਕਿਸ਼ ਪਾਰਟੀ ਦਾ ਕੈਂਡੀਡੇਟ ਹੈ, ਇਹ 300 ਜਾਂ 400 ਵੋਟ ਅੱਗੇ ਜਾ ਰਿਹਾ ਸੀ। ਅਹੈਡ ਦਾ ਮਤਲਬ ਅੱਗੇ, ਯਾਨੀ ਕਿ ਯੰਗ ਤਰਕਿਸ਼ ਪਾਰਟੀ ਦਾ ਉਮੀਦਵਾਰ ਜਿੱਤ ਰਿਹਾ ਸੀ 300-400 ਵੋਟਾਂ ਤੇ, 300-400 ਵੋਟਾਂ ਤੇ। ਐਂਡ ਹੀ ਵਾਸ ਆਲਰੇਡੀ ਡਰਾਫਟਿੰਗ ਹਿਜ਼ ਐਡਰੈਸ ਰਿਟਰਨਿੰਗ ਥੈਂਕਸ ਟੂ ਦਾ ਇਲੈਕਟੋਰਸ। ਹੁਣ ਉਹਨੂੰ ਲੱਗ ਗਿਆ ਸੀਗਾ ਪਤਾ ਕਿ ਮੈਂ ਹੁਣ 300-400 ਵੋਟਾਂ ਦੇ ਅੱਗੇ ਜਾ ਰਹੇ ਹਾਂ, ਮੈਂ ਜਿੱਤ ਹੀ ਜਾਣਾ ਹੈ, ਤਾਂ ਹੁਣ ਮੈਂ ਭਾਸ਼ਣ ਵੀ ਦਊਂਗਾ, ਲੋਕਾਂ ਨੂੰ ਥੈਂਕਸ ਕਰੂੰਗਾ। ਤਾਂ ਉਹਦਾ ਉਹ ਆਪਣਾ ਭਾਸ਼ਣ ਤਿਆਰ ਕਰ ਰਿਹਾ ਹੈ। ਡਰਾਫਟਿੰਗ ਹਿਜ਼ ਐਡਰੈਸ। ਡਰਾਫਟਿੰਗ ਹਿਜ਼ ਐਡਰੈਸ ਦਾ ਮਤਲਬ ਹੈ ਕਿ ਉਹ ਆਪਣਾ ਜਿਹੜਾ ਉਹਨੇ ਲੋਕਾਂ ਨੂੰ ਐਡਰੈਸ ਕਰਨਾ ਹੈ, ਭਾਸ਼ਣ ਦੇਣਾ ਹੈ, ਉਹਨੂੰ ਡਰਾਫਟ ਕਰ ਰਿਹਾ, ਮਤਲਬ ਲਿਖ ਰਿਹਾ ਹੈ। ਜਿਹੜੀ ਆਪਣੀ ਸਪੀਚ ਦੇਣੀ ਹੈ ਉਹਨੇ ਜਿੱਤਣ ਤੋਂ ਬਾਅਦ, ਉਹਨੂੰ ਉਹ ਲਿਖ ਰਿਹਾ ਹੈ। ਤੇ ਉਹਦੇ ਵਿੱਚੋਂ ਕੀ ਲਿਖ ਰਿਹਾ ਹੈ ਕਿ ਜਿਹੜੇ ਉਹਦੇ ਇਲੈਕਟੋਰਸ ਨੇ, ਇਲੈਕਟੋਰਸ ਕੀ ਹੁੰਦੇ ਆ ਬੇਟਾ? ਜਿਹੜੇ ਚੁਣਾਵ ਦੇ ਵਿੱਚ ਹਿੱਸਾ ਲੈਂਦੇ ਆ, ਮਤਲਬ ਕਿ ਵੋਟਾਂ ਪਾਉਂਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਦਾ ਉਹ ਥੈਂਕਸ ਦਊਗਾ ਆਪਣੀ ਭਾਸ਼ਣ ਦੀ ਸਪੀਚ 'ਚ। ਤਾਂ ਉਹ ਉਸ 'ਚ ਬਿਜ਼ੀ ਹੈ, ਉਹ ਮੰਨ ਕੇ ਬੈਠਾ ਕਿ ਮੈਂ ਜਿੱਤ ਰਿਹਾ। ਕੌਣ ਭਲਾ? ਯੰਗ ਤਰਕਿਸ਼ ਪਾਰਟੀ ਦਾ ਕੈਂਡੀਡੇਟ। His victory had been almost a foregone conclusion। ਕਹਿੰਦੇ ਉਹਦੀ ਜਿਹੜੀ ਜਿੱਤ ਸੀ ਉਸਦਾ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਚੁੱਕਿਆ ਸੀ। ਇੱਥੇ ਫਰੇਜ਼ ਆਇਆ ਬੇਟਾ foregone conclusion। foregone ਦਾ ਮਤਲਬ ਹੁੰਦਾ ਹੈ ਪਹਿਲਾਂ ਤੋਂ ਹੀ ਆਪਾਂ ਜਿਸ ਦੇ ਬਾਰੇ ਸੋਚ ਲਈਏ। foregone ਪਹਿਲਾਂ ਤੋਂ ਹੀ ਆਪਾਂ ਮਿੱਥ ਲਈਏ ਕਿ ਐਵੇਂ ਹੋਊਗਾ।
ਉਹਨੂੰ ਆਪਾਂ ਫੋਰਗੋਨ ਕਹਿੰਦੇ ਆ। ਕਨਕਲੂਜਨ ਦਾ ਮਤਲਬ ਹੁੰਦਾ ਬੇਟਾ ਰਿਜ਼ਲਟ, ਨਤੀਜਾ। ਕਹਿੰਦੇ ਉਹਦੀ ਜਿਹੜੀ ਜਿੱਤ ਸੀ ਉਹਦੇ ਬਾਰੇ ਪਹਿਲਾਂ ਹੀ ਮੰਨਿਆ ਜਾ ਚੁੱਕਿਆ ਸੀ ਵੀ ਇਹਨੇ ਤਾਂ ਜਿੱਤ ਹੀ ਜਾਣਾ ਹੈ। ਕਿਹਨੇ ਭਲਾ? ਯੰਗ ਤਰਕਿਸ਼ ਪਾਰਟੀ ਦੇ ਕੈਂਡੀਡੇਟ ਨੇ। ਕਿਉਂ? ਫੋਰ ਹੀ ਹੈਡ ਸੈਟ ਇਨ ਮੋਸ਼ਨ ਆਲ ਦਾ ਅਪਰੂਵਡ ਇਲੈਕਸ਼ਨੀਅਰਿੰਗ ਮਸ਼ੀਨਰੀ ਆਫ ਦਾ ਵੈਸਟ। ਕਿਉਂਕਿ ਉਸਨੇ ਵੈਸਟ ਵਾਲੀ, ਵੈਸਟ ਦਾ ਮਤਲਬ ਉਹੀ ਪੱਛਮੀ ਦੇਸ਼ਾਂ ਵਾਲੀ ਜਿੰਨੀ ਇਲੈਕਸ਼ਨ ਵਾਲੀ ਮਸ਼ੀਨਰੀ ਸੀ ਉਹਨੂੰ ਮੋਸ਼ਨ 'ਚ ਲਿਆਤਾ ਸੀ, ਮਤਲਬ ਕਿ ਉਹ ਉਸ ਦੀ ਵਰਤੋਂ ਉਹ ਕਰ ਰਿਹਾ ਸੀ। ਇਲੈਕਸ਼ਨੀਅਰਿੰਗ ਮਸ਼ੀਨਰੀ ਯਾਦ ਕਰੋ ਬੇਟਾ, ਚੈਪਟਰ ਦੇ ਸ਼ੁਰੂ 'ਚ ਹੀ ਪਹਿਲੇ ਪੈਰੇ ਦੀ ਆਈ ਥਿੰਕ ਪਹਿਲੀ ਲਾਈਨ 'ਚ ਹੀ ਇਲੈਕਟੋਰਲ ਇੰਜੀਨੀਅਰਿੰਗ ਆਈ ਸੀ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਲੈਕਟੋਰਲ ਇੰਜੀਨੀਅਰਿੰਗ ਦਾ ਮਤਲਬ ਹੋਇਆ ਕਿ ਚੋਣਾਂ ਸੰਬੰਧੀ ਇੰਜੀਨੀਅਰਿੰਗ। ਤਾਂ ਚੋਣਾਂ ਦੀ ਕਾਹਦੀ ਇੰਜੀਨੀਅਰਿੰਗ ਹੁੰਦੀ ਹੈ? ਉਹੀ ਗੱਲ ਇੱਥੇ ਫੇਰ ਆ ਰਹੀ ਹੈ, ਇਲੈਕਸ਼ਨੀਅਰਿੰਗ ਮਸ਼ੀਨਰੀ, ਕਿ ਇਲੈਕਸ਼ਨ ਸੰਬੰਧੀ ਜਿਹੜੀ ਮਸ਼ੀਨਰੀ ਸੀ ਉਹ ਆਲਰੇਡੀ ਯੂਜ਼ ਕਰ ਰਿਹਾ ਸੀ। ਹੁਣ ਤੁਹਾਡਾ ਦਿਮਾਗ ਜਾਊਗਾ ਵੀ ਕਾਹਦੀ ਮਸ਼ੀਨਰੀ ਯੂਜ਼ ਕਰ ਰਿਹਾ ਸੀ, ਉਹ ਅੱਗੇ ਕਲੀਅਰ ਹੁੰਦਾ ਹੈ। he had even employed motor cars। ਤਾਂ ਕਹਿੰਦੇ ਉਸਨੇ ਚੋਣਾਂ ਦੇ ਲਈ ਮੋਟਰ ਕਾਰਾਂ ਵੀ ਚਲਾਈਆਂ ਸੀ। ਇੰਪਲੋਏ ਦਾ ਮਤਲਬ ਇੱਥੇ ਉਹਨੇ ਸੇਵਾ ਲਈ ਸੀ ਮੋਟਰ ਕਾਰਾਂ ਦੀ। ਹੁਣ ਤੁਸੀਂ ਸੋਚਦੇ ਹੋਵੋਗੇ ਮੋਟਰ ਕਾਰ ਸ਼ਾਇਦ ਉਸਨੇ ਤਾਂ ਚਲਾਈਆਂ ਸੀ ਤਾਂ ਕਿ ਇੱਕ ਤਾਂ ਉਹਦੀ ਜਾ ਕੇ ਉਹ ਪ੍ਰਸਿੱਧੀ ਕਰਨ ਵੀ ਭਾਈ ਵੋਟ ਪਾਓ, ਜਿਵੇਂ ਆਪਾਂ ਦੇਖਦੇ ਹੁੰਦੇ ਹਾਂ ਵੀ ਇਹਨੂੰ ਵੋਟ ਪਾਓ, ਇਹਨੂੰ ਵੋਟ ਪਾਓ। ਜਾਂ ਫਿਰ ਜਿਸ ਦਿਨ ਚੋਣਾਂ ਵਾਲੇ ਦਿਨ ਕੀ ਹੁੰਦਾ ਹੈ, ਮੋਟਰ ਕਾਰਸ ਵਾਲੇ ਜਾ ਕੇ ਚੱਕ ਕੇ ਬੰਦਿਆਂ ਨੂੰ ਲੈ ਕੇ ਆਉਂਦੇ ਨੇ ਪੋਲ ਉੱਥੇ ਤੱਕ, ਹੈ ਨਾ, ਜਿੱਥੇ ਪੋਲਿੰਗ ਹੋ ਰਹੀ ਹੁੰਦੀ ਹੈ, ਪੋਲਿੰਗ ਬੂਥ ਤੱਕ ਲੈ ਕੇ ਆਉਂਦੇ ਨੇ ਵੀ ਚਲੋ ਤੁਸੀਂ, ਤੁਹਾਨੂੰ ਕੋਈ ਦਿੱਕਤ ਨਾ ਆਵੇ, ਤੁਸੀਂ ਵੋਟਾਂ ਪਾ ਦਿਓ। ਸ਼ਾਇਦ ਉਹਨੇ ਇਸ ਕਰਕੇ ਮੋਟਰ ਕਾਰਾਂ ਯੂਜ਼ ਕੀਤੀਆਂ। ਦੇਖਦੇ ਹਾਂ। few of his supporters had gone to the poll in these vehicles। ਹੁਣ ਜਿਹੜੇ ਇਹ ਵਹੀਕਲ ਸੀਗੇ, ਵਹੀਕਲ ਦਾ ਮਤਲਬ ਉਹੀ ਸਾਧਨ, ਸਾਧਨ ਕਿਹੜੇ? ਉਹੀ ਮੋਟਰ ਕਾਰਾਂ। ਕਿ ਜਿਹੜੀਆਂ ਮੋਟਰ ਕਾਰਾਂ ਸੀ ਉਹਨਾਂ ਦੇ ਵਿੱਚ ਉਹਦੇ ਕੁਝ ਸਪੋਰਟਰ ਜੋ ਉਸਦੇ ਨਾਲ ਸਪੋਰਟ ਕਰਦੇ ਸੀ, ਜੋ ਉਸ ਦੀ ਪਾਰਟੀ ਦੇ ਨਾਲ ਖੜਦੇ ਸੀਗੇ, ਜੋ ਮਤਲਬ ਉਹਦੀ ਪਾਰਟੀ ਨੂੰ ਮੰਨਦੇ ਸੀਗੇ, ਉਹ ਉਹਨਾਂ ਮੋਟਰ ਕਾਰਾਂ 'ਚ ਬੈਠ ਕੇ ਵੋਟ ਪਾਉਣ ਗਏ ਸੀ। ਗੋਨ ਟੂ ਦਾ ਪੋਲ। ਬਟ ਇੱਥੇ ਬਟ ਲਿਖਿਆ ਹੋਇਆ, ਬਟ ਥੈਂਕਸ ਟੂ ਦਾ ਇੰਟੈਲੀਜੈਂਟ ਡਰਾਈਵਿੰਗ ਆਫ ਹਿਜ਼ ਸ਼ੋਫਰਸ many of his opponents had gone to their graves or to the local hospitals or otherwise abstained from voting। ਤਾਂ ਹੁਣ ਤੁਹਾਨੂੰ ਇੱਥੇ ਪਤਾ ਲੱਗੂਗਾ ਕਿ ਉਹ ਕਿਹੜੀ ਇਲੈਕਟੋਰਲ ਇੰਜੀਨੀਅਰਿੰਗ ਦੀ ਜਾਂ ਇਲੈਕਸ਼ਨੀਅਰਿੰਗ ਮਸ਼ੀਨਰੀ ਦੀ ਗੱਲ ਕਰ ਰਹੇ ਹੈ। ਪਰ ਕਹਿੰਦੇ ਦੇਖੋ ਕੁਝ ਉਹਦੇ ਸਪੋਰਟਰ ਤਾਂ ਉਹਦੀਆਂ ਗੱਡੀਆਂ 'ਚ ਬੈਠ ਕੇ ਵੋਟਾਂ ਪਾਉਣ ਗਏ, ਪਰ ਕਹਿੰਦੇ ਉਹਦੇ ਜਿਹੜੇ ਸ਼ੋਫਰਸ ਰੱਖੇ ਹੋਏ ਸੀ, ਇੱਥੇ ਇੱਕ ਸ਼ਬਦ ਹੈ ਬੇਟਾ ਸ਼ੋਫਰਸ। ਸ਼ੋਫਰਸ ਦਾ ਮਤਲਬ ਹੁੰਦਾ ਹੈ, ਸਪੋਜ਼ ਕਰੋ ਆਪਾਂ ਕੋਈ ਗੱਡੀ ਲੈ ਲਈਏ, ਗੱਡੀ ਲੈਣ ਤੋਂ ਬਾਅਦ ਆਪਾਂ ਕੋਈ ਡਰਾਈਵਰ ਰੱਖ ਲਈਏ ਪਰਸਨਲ ਆਪਣਾ, ਉਹਨੂੰ ਸ਼ੋਫਰ ਕਹਿੰਦੇ ਆ। ਤੁਸੀਂ ਗੱਡੀ ਆਪ ਚਲਾ ਕੇ ਜਾਓਗੇ, ਤੁਸੀਂ ਡਰਾਈਵਰ ਹੋ, ਤੁਸੀਂ ਸ਼ੋਫਰ ਨਹੀਂ ਹੈਗੇ। ਡਰਾਈਵਰ ਤੇ ਸ਼ੋਫਰ 'ਚ ਫਰਕ ਸਮਝੋ ਕੀ ਹੁੰਦਾ ਹੈ। ਡਰਾਈਵਰ ਐਂਡ ਸ਼ੋਫਰ ਦੋਨਾਂ 'ਚ ਕੀ ਫਰਕ ਹੈ? ਡਰਾਈਵਰ ਤੁਸੀਂ ਆਪ ਹੋ ਸਕਦੇ ਹੋ, ਤੁਸੀਂ ਗੱਡੀ ਲਈ, ਤੁਸੀਂ ਗੱਡੀ ਚਲਾ ਕੇ ਗਏ, ਉਸ ਟਾਈਮ ਤੁਸੀਂ ਡਰਾਈਵਰ ਹੋ। ਤੁਸੀਂ ਚਲਾ ਕੇ ਗਏ, ਤੁਹਾਡੇ ਪਰਿਵਾਰ ਦਾ ਕੋਈ ਹੋਰ ਬੰਦਾ ਚਲਾ ਕੇ ਗਿਆ, ਉਹ ਡਰਾਈਵਰ ਹੈ। ਲੇਕਿਨ ਤੁਸੀਂ ਆਪਣੀ ਗੱਡੀ ਦੇ ਨਾਲ ਇੱਕ ਥਰਡ ਪਰਸਨ ਹਾਇਰ ਕਰਕੇ ਰੱਖੋ, ਉਹ ਤੁਹਾਨੂੰ ਲੈ ਕੇ ਜਾਵੇ, ਉਹ ਡਰਾਈਵਰ ਨਹੀਂ ਹੈ, ਉਹ ਕੀ ਹੈ? ਸ਼ੋਫਰ, ਜਿਹਨੂੰ ਤੁਸੀਂ ਪੈਸੇ ਦੇ ਰਹੇ। ਤਾਂ ਫਰਕ ਆ ਗਿਆ ਪਤਾ, ਸ਼ੋਫਰ ਤੇ ਡਰਾਈਵਰ 'ਚ ਕੀ ਫਰਕ ਹੈ। ਹੁਣ ਕਹਿੰਦੇ ਇੱਥੇ ਥੈਂਕਸ ਕਰੋ ਉਹਨਾਂ ਸ਼ੋਫਰਸ ਦੀਆਂ ਡਰਾਈਵਿੰਗ ਸਕਿੱਲਾਂ ਦਾ, ਵੀ ਉਹਨਾਂ ਨੂੰ ਇੰਨੀ ਵਧੀਆ ਡਰਾਈਵਿੰਗ ਕਰਨੀ ਆਉਂਦੀ ਸੀ, ਜਿਹੜੇ ਉਹਨੇ ਸ਼ੋਫਰ ਹਾਇਰ ਕਰੇ ਸੀ ਮੋਟਰ ਕਾਰਾਂ ਦੇ ਨਾਲ ਕਿ ਉਹਦੇ ਬਹੁਤ ਸਾਰੇ ਓਪੋਨੈਂਟਸ ਦਾ ਮਤਲਬ ਵਿਰੋਧੀ, ਉਹਦੇ ਬਹੁਤ ਸਾਰੇ ਵਿਰੋਧੀ ਕਬਰਾਂ 'ਚ ਚਲੇ ਗਏ ਸੀ। ਗ੍ਰੇਵ ਦਾ ਮਤਲਬ ਹੁੰਦਾ ਕਬਰ। ਕਹਿੰਦੇ ਉਹਦੇ ਬਹੁਤ ਸਾਰੇ ਵਿਰੋਧੀ ਕਬਰਾਂ 'ਚ ਚਲੇ ਗਏ ਜਾਂ ਲੋਕਲ ਹਸਪੀਟਲਾਂ 'ਚ ਚਲੇ ਗਏ, ਹਸਪਤਾਲਾਂ 'ਚ ਚਲੇ ਗਏ, ਜਾਂ ਵੋਟਿੰਗ ਤੋਂ ਦੂਰ ਰਹੇ। ਐਬਸਟੇਨ ਫਰੋਮ ਬੇਟਾ ਇਕੱਠਾ ਆਂਦਾ, ਐਬਸਟੇਨ ਦੇ ਪਿੱਛੇ ਫਰੋਮ ਪ੍ਰੈਪੋਜੀਸ਼ਨ ਲੱਗਦੀ ਹੈ। ਇਹਦਾ ਮਤਲਬ ਹੁੰਦਾ ਹੈ ਕਿਸੇ ਤੋਂ ਦੂਰ ਰਹਿਣਾ, ਉਹ ਵੋਟਿੰਗਾਂ ਤੋਂ ਦੂਰ ਰਹੇ। ਤਾਂ ਹੁਣ ਤੁਹਾਨੂੰ ਸਮਝ ਆ ਰਿਹਾ ਹੈ ਵੀ ਉਹਨੇ ਉਹ ਮੋਟਰ ਕਾਰਾਂ ਕਾਹਦੇ ਲਈ ਵਰਤੀਆਂ ਸੀ? ਸ਼ਾਇਦ ਤੁਹਾਨੂੰ ਹਜੇ ਵੀ ਨਹੀਂ ਕਲੀਅਰ ਹੋਇਆ। ਉਹਨੇ ਮੋਟਰ ਕਾਰਾਂ ਤੇ ਕੁਛ ਤਾਂ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਤਾਂ ਵੋਟਾਂ ਪਾਉਣ ਲਈ ਉਹ ਪੋਲਿੰਗ ਸਟੇਸ਼ਨਾਂ ਤੇ ਲੈ ਕੇ ਗਿਆ। ਜਿਹੜੇ ਉਹਦੇ ਵਿਰੋਧੀ ਸੀ ਉਹਨਾਂ ਦੀਆਂ ਲੱਤਾਂ ਭੰਨਤੀਆਂ ਜਾ ਕੇ ਮੋਟਰ ਕਾਰਾਂ ਦੇ ਨਾਲ। ਫਿਰ ਜਾਂ ਤਾਂ ਉਹ ਕਬਰਾਂ 'ਚ ਚਲੇ ਗਏ, ਮਰ ਗਏ ਵਿਚਾਰੇ, ਜਾਂ ਫਿਰ ਉਹ ਹਸਪੀਟਲਾਂ 'ਚ ਚਲੇ ਗਏ ਤਾਂ ਕਿ ਉਹ ਵੋਟ ਪਾਉਣ ਨਾ ਜਾ ਸਕਣ। ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਇਲੈਕਟੋਰਲ ਇੰਜੀਨੀਅਰਿੰਗ ਦਾ ਮਤਲਬ ਕੀ ਹੈ। ਆਹ ਹੈ ਜਿਹੜੀ ਸ਼ੁਰੂਆਤ ਦੇ ਵਿੱਚ ਇਲੈਕਟੋਰਲ ਇੰਜੀਨੀਅਰਿੰਗ ਆਈ ਸੀ ਸ਼ਬਦ, ਜਾਂ ਇੱਥੇ ਜਿਹੜਾ
ਇਲੈਕਸ਼ਨੀਅਰਿੰਗ ਮਸ਼ੀਨਰੀ ਆਈ ਹੈ, ਇਹਦਾ ਮਤਲਬ ਆ ਹੈ ਵੀ ਐਦਾਂ ਦਾ ਕੰਮ ਕਰਿਆ ਸੀ ਕਿਨੇ, ਯੰਗ ਤਰਕਿਸ਼ ਪਾਰਟੀ ਦੇ ਕੈਂਡੀਡੇਟ ਨੇ। ਇਸ ਕਰਕੇ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਜਿਹੜੀਆਂ ਬਾਕੀ ਜਿਹੜੇ ਉਹਦੇ ਵਿਰੁੱਧ ਵੋਟਾਂ ਪੈਣੀਆਂ ਨੇ ਉਹ ਤਾਂ ਵੋਟਾਂ ਪੈਣ ਗਈਆਂ ਹੀ ਨਹੀਂ, ਉਹ ਜਾਂ ਤਾਂ ਹਸਪਤਾਲਾਂ 'ਚ ਪਹੁੰਚ ਗਏ ਬੰਦੇ ਜਾਂ ਕਬਰਾਂ 'ਚ ਪਹੁੰਚ ਗਏ, ਤਾਂ ਜਿੱਤਿਆ ਜਿਤਾਇਆ ਤਾਂ ਹੈਗਾ ਹੀ ਆ ਉਹ। ਹੁਣ ਸਮਝ ਆ ਰਹੀ ਹੈ ਗੱਲ? ਹੌਲੀ ਹੌਲੀ ਤੁਹਾਨੂੰ ਗੱਲ ਸਾਰੀ ਕਲੀਅਰ ਹੋਊਗੀ, ਅੱਗੇ ਆ ਜਾਓ। ਐਂਡ ਦੈਨ ਸਮਥਿੰਗ ਅਨਲੁਕਡ ਫॉर ਹੈਪਨ, ਕਹਿੰਦੇ ਫਿਰ ਇੱਕਦਮ ਅਜਿਹੀ ਚੀਜ਼ ਵਾਪਰੀ, ਹੈਪਨ, ਜਿਹੜੀ ਕਿ ਅਨਲੁਕਡ ਫॉर ਸੀ। ਨਾ ਅਨਲੁਕਡ ਫॉर ਦਾ ਮਤਲਬ ਹੁੰਦਾ ਬੇਟਾ ਜਿਹਦੇ ਬਾਰੇ ਕਦੇ ਅੰਦਾਜ਼ਾ ਹੀ ਨਹੀਂ ਹੁੰਦਾ ਕਿਸੇ ਚੀਜ਼ ਦਾ। ਅਨਲੁਕਡ ਫॉर ਜਿਹਦੇ ਬਾਰੇ ਆਪਾਂ ਨੇ ਅੰਦਾਜ਼ਾ ਨਹੀਂ ਕੀਤਾ ਹੁੰਦਾ, ਵੀ ਇਹੋ ਜਿਹੀ ਗੱਲ ਵਾਪਰ ਗਈ ਜਿਹਦੇ ਬਾਰੇ ਕਿਸੇ ਵੀ ਪਰਸਨ ਦਾ ਅੰਦਾਜ਼ਾ ਹੀ ਨਹੀਂ ਸੀ, ਇਹੋ ਜਿਹੀ ਗੱਲ ਵਾਪਰ ਗਈ। ਕੀ ਵਾਪਰਿਆ ਵੀ? The rival candidate Ali the Blessed arrived on the scene with his wives and women folk who numbered roughly 600। ਕਿ ਉਹਦਾ ਜਿਹੜਾ ਵਿਰੋਧੀ ਕੈਂਡੀਡੇਟ ਹੈ, ਇੱਥੇ ਰਾਈਵਲ ਦਾ ਮਤਲਬ ਹੁੰਦਾ ਬੇਟਾ ਵਿਰੋਧੀ। ਇੱਕ ਪਾਸੇ ਤਾਂ ਸਾਨੂੰ ਪਤਾ ਵੀ ਕੌਣ ਸੀਗਾ ਬੰਦਾ, ਯੰਗ ਤਰਕਿਸ਼ ਪਾਰਟੀ ਦਾ ਕੈਂਡੀਡੇਟ, ਦੂਜੇ ਪਾਸੇ ਉਹਦਾ ਇੱਕ ਵਿਰੋਧੀ ਕੈਂਡੀਡੇਟ ਆ ਗਿਆ ਜਿਹਦਾ ਨਾਮ ਇੱਥੇ ਦੱਸਿਆ ਹੋਇਆ ਹੈ ਅਲੀ ਦਾ ਬਲੈਸਡ। ਇਹਨੂੰ ਨੋਟ ਕਰ ਲਓ, ਪੇਪਰ 'ਚ ਆ ਜਾਣਾ। ਅਲੀ ਦਾ ਬਲੈਸਡ, ਅਲੀ ਦਾ ਬਲੈਸਡ ਕੌਣ ਹੈ? ਉਹਦਾ ਵਿਰੋਧੀ ਕੈਂਡੀਡੇਟ। ਉਹ ਆ ਗਿਆ ਜੀ ਸੀਨ ਤੇ, ਸੀਨ ਮਤਲਬ ਪੋਲਿੰਗ ਸਟੇਸ਼ਨ ਤੇ ਆ ਗਿਆ, ਇਹਦੇ ਨਾਲ ਆਪਣੀਆਂ ਵਾਈਵਜ਼ ਨਾਲ ਅਤੇ ਵਿਮਨ ਫੋਕ ਨਾਲ ਅਤੇ ਔਰਤਾਂ ਨਾਲ, ਜਿਹੜੀਆਂ ਕਿ ਜੇ ਅਸੀਂ ਗਿਣੀਏ ਨੰਬਰ ਕਰੀਏ ਤਾਂ ਉਹ ਲਗਭਗ ਰਫਲੀ ਕਿੰਨੀਆਂ ਨੇ? 600। ਮਤਲਬ ਕਿ ਉਹਦਾ ਜਿਹੜਾ ਰਾਈਵਲ ਕੈਂਡੀਡੇਟ ਸੀਗਾ ਅਲੀ ਦਾ ਬਲੈਸਡ, ਉਹ 600 ਔਰਤਾਂ ਨੂੰ ਲੈ ਕੇ ਆ ਗਿਆ, ਜਿਹਦੇ ਵਿੱਚ ਉਸ ਦੀਆਂ ਵਾਈਵਜ਼ ਵੀ ਸੀਗੀਆਂ ਤੇ ਹੋਰ ਔਰਤਾਂ ਵੀ ਸੀ। ਹੁਣ ਇੱਥੇ ਧਿਆਨ ਦਿਓ, ਵਾਈਵਜ਼, ਵਾਈਫ ਦਾ ਪਲੂਰਲ ਹੈ, ਇੱਥੇ ਵਾਈਫ ਨਹੀਂ ਲਿਖਿਆ ਹੋਇਆ। ਕੀ ਲਿਖਿਆ ਹੋਇਆ? ਵਾਈਵਜ਼। ਇਹਦਾ ਮਤਲਬ ਉਹਦੀਆਂ ਬਹੁਤ ਸਾਰੀਆਂ ਪਤਨੀਆਂ ਸੀ, ਆਪਣੀਆਂ ਬਹੁਤ ਸਾਰੀਆਂ ਪਤਨੀਆਂ ਨੂੰ ਲੈ ਕੇ ਤੇ ਹੋਰ ਔਰਤਾਂ ਜਿਹੜੀਆਂ ਹੋ ਸਕਦਾ ਉਹਦੀਆਂ ਸਹੇਲੀਆਂ ਸਹੂਲੀਆਂ ਹੋਣ ਜਾਂ ਰੱਬ ਜਾਣੇ ਕੌਣ ਸੀ, ਉਹਨਾਂ ਨੂੰ ਲੈ ਕੇ ਉਹ ਕਿੱਥੇ ਆ ਗਿਆ? ਪੋਲਿੰਗ ਸਟੇਸ਼ਨ ਤੇ। ਤੇ ਜੇ ਉਹਨਾਂ ਦੀ ਗਿਣਤੀ ਕਰੀਏ ਉਹ ਕਿੰਨੀ ਜਣੀਆਂ ਸੀਗੀਆਂ? ਸਾਰੀਆਂ 600 ਔਰਤਾਂ ਨੂੰ ਲੈ ਕੇ ਉਹਦਾ ਰਾਈਵਲ ਕੈਂਡੀਡੇਟ ਕਿੱਥੇ ਆ ਗਿਆ? ਪੋਲਿੰਗ ਸਟੇਸ਼ਨ ਤੇ। ਇੱਥੇ ਇੱਕ ਹੋਰ ਹਾਸੋਹੀਣੀ ਗੱਲ ਹੈ, ਅਲੀ ਦੇ ਪਿੱਛੇ ਦਾ ਬਲੈਸਡ ਪਾਇਆ। ਦੇਖੋ ਧਿਆਨ ਨਾਲ, ਅਲੀ ਦੇ ਪਿੱਛੇ ਕੀ ਪਾਇਆ? ਦਾ ਬਲੈਸਡ, PLEST। ਇੱਥੇ ਬਲੈਸਡ ਜਿਹੜਾ ਸ਼ਬਦ ਹੈ ਨਾ, ਇਹ ਅੱਜ ਕੱਲ ਵੈਸੇ ਯੂਜ਼ ਨਹੀਂ ਹੁੰਦਾ, ਅਬ ਇਹਦੀ ਥਾਂ ਤੇ ਵਰਡ ਹੈਗਾ ਬਲੈਸਡ, BLESSED। ਹੁਣ ਤੁਹਾਨੂੰ ਪਤਾ ਹੈ ਬਲੈਸ ਦਾ ਮਤਲਬ ਕੀ ਹੁੰਦਾ? ਅਸੀਸ ਦੇਣਾ। ਬਲੈਸ ਦਾ ਮਤਲਬ ਇੱਥੇ ਮੰਨ ਲਓ ਜਿਸ ਤੇ ਕਿਰਪਾ ਹੋਵੇ, ਕਿਸੇ ਪਰਮਾਤਮਾ ਦੀ ਕਿਰਪਾ ਹੋਵੇ ਕਿਸੇ ਬੰਦੇ ਤੇ, ਆਪਾਂ ਉਹਨੂੰ ਬਲੈਸਡ ਕਹਿੰਦੇ ਆ ਕਿ ਬਲੈਸਡ ਪਰਸਨ ਹੈ। ਇਹਦਾ ਮਤਲਬ ਇੱਥੇ ਅਲੀ ਨੂੰ ਕੀ ਕਿਹਾ ਗਿਆ ਕਿ ਉਹਦੇ ਤੇ ਪਹਿਲੀ ਰੱਬ ਦੀ ਕਿਰਪਾ ਸੀਗੀ, ਇਹੀ ਮਤਲਬ ਹੋਇਆ ਅਲੀ ਦਾ ਬਲੈਸਡ। ਕਿ ਉਹ ਜਿਹੜਾ ਅਲੀ ਹੈ, ਰਾਈਵਲ ਕੈਂਡੀਡੇਟ ਹੈ, ਉਹ ਪਹਿਲਾਂ ਹੀ ਕਿਰਪਾ ਕਰਕੇ ਹੀ ਆਇਆ ਸੀ, 600 ਔਰਤਾਂ ਨੂੰ ਨਾਲ ਲਿਆਇਆ। ਇਹ ਵੀ ਹਾਸੋਹੀਣੀ ਜੀ ਗੱਲ ਹੈ, ਸੁਣਨ ਵਾਲੀ ਗੱਲ। ਹੁਣ ਅੱਗੇ ਕੀ ਦੱਸਿਆ? ਕਹਿੰਦੇ ਅਲੀ ਹੈਡ ਵੇਸਟਡ ਲਿਟਲ ਐਫਰਟ ਔਨ ਇਲੈਕਸ਼ਨ ਲਿਟਰੇਚਰ। ਕਹਿੰਦੇ ਅਲੀ ਨੇ ਬਹੁਤ ਘੱਟ ਆਪਣਾ ਸਮਾਂ ਲਾ ਲਓ ਜਾਂ ਪੈਸਾ ਲਾ ਲਓ ਜਾਂ ਆਪਣੀ ਕੋਸ਼ਿਸ਼ ਲਾ ਲਓ, ਇਲੈਕਸ਼ਨ ਲਿਟਰੇਚਰ ਤੇ ਖਰਚ ਕੀਤਾ ਸੀ ਨਾ। ਇਲੈਕਸ਼ਨ ਲਿਟਰੇਚਰ ਕੀ ਹੁੰਦਾ ਬੇਟਾ? ਮੰਨ ਲਓ ਆਪਾਂ ਨੇ ਪੈਂਫਲੇਟ ਛਪਵਾਤੇ, ਹੈ ਨਾ, ਉਹ ਲਵਾਤੇ, ਸਾਈਨ ਬੋਰਡ ਲਵਾਤੇ, ਜਿਵੇਂ ਆਪਾਂ ਲਵਾ ਦਿੰਦੇ ਹੁੰਦੇ ਆ ਵੀ ਇਹਨੂੰ ਵੋਟ ਪਾਓ, ਐਦਾਂ ਦੇ, ਉਹਨੂੰ ਆਪਾਂ ਇਲੈਕਸ਼ਨ ਲਿਟਰੇਚਰ ਕਹਿੰਦੇ ਆ। ਅਲੀ ਨੇ ਕਹਿੰਦੇ ਇਸ ਤੇ ਬਹੁਤ ਘੱਟ ਖਰਚਾ ਕਰਿਆ ਸੀ, ਕਰਿਆ ਹੀ ਨਹੀਂ ਸੀ। ਜ਼ਿਆਦਾ ਖਰਚਾ ਕਿਹਨੇ ਕਰਿਆ ਸੀ? ਯੰਗ ਤਰਕਿਸ਼ ਪਾਰਟੀ ਦੇ ਕੈਂਡੀਡੇਟ ਨੇ। but had been heard to remark that every vote given to his opponent meant another sack thrown into the Bosphorus। ਇੱਥੇ ਇੱਕ ਸ਼ਬਦ ਆਇਆ ਹੈ ਬॉस्फोरस, ਬੀ ਵੱਡੀ ਹੈ, ਇਹਦਾ ਮਤਲਬ ਕਿਸੇ ਜਗ੍ਹਾ ਦਾ ਨਾਮ ਹੈ। ਤਾਂ ਬੇਟਾ ਇਹ ਬॉस्फोरस ਸ਼ਬਦ ਕੀ ਹੈ? ਇਹ ਟਰਕੀ ਦੇ ਵਿੱਚ ਇੱਕ ਰਿਵਰ ਹੈ, ਨਦੀ ਹੈ ਤੁਰਕੀ ਦੀ, ਉਹਦਾ ਨਾਮ ਹੈ ਬॉस्फोरस। ਕਹਿੰਦੇ ਅਲੀ ਨੇ ਨਾ ਤਾਂ ਦੇਖੋ ਇਲੈਕਸ਼ਨ ਲਿਟਰੇਚਰ ਤੇ ਆਪਣਾ ਕੋਸ਼ਿਸ਼ ਕੀਤੀ, ਪਰ ਉਹਨੂੰ ਇਹ ਕਹਿੰਦੇ ਸੁਣਿਆ ਗਿਆ, ਹੀ ਹੈਡ ਬੀਨ ਹਰਡ, ਉਸ ਨੂੰ ਸੁਣਿਆ ਗਿਆ ਟੂ ਰਿਮਾਰਕ, ਇਹ ਕਹਿੰਦੇ ਹੋਏ ਕਿ ਜਿਹੜਾ ਵੀ ਉਹਦਾ ਓਪੋਨੈਂਟ ਹੋਊਗਾ, ਜੋ ਮਤਲਬ ਉਹਦਾ ਵਿਰੋਧੀ ਹੋਊਗਾ, ਜੋ ਉਹਦੇ ਵਿਰੁੱਧ ਵੋਟ ਪਾ ਕੇ ਆਊਗਾ, ਉਹਨੂੰ ਉਹ ਬॉस्फोरस ਨਦੀ ਦੇ ਵਿੱਚ ਸੁੱਟਵਾ ਦੂ। ਸੈਕ ਥਰੋਨ ਇਨਟੂ ਦਾ ਬॉस्फोरस। ਬਸ ਉਹਨੇ ਇੰਨਾ ਹੀ ਕਿਹਾ ਕਿ ਜਿਹੜੇ ਮੇਰੇ ਵਿਰੋਧੀ ਹੋਣਗੇ, ਜੋ ਮੈਨੂੰ ਵੋਟਾਂ ਪਾ ਕੇ ਨਹੀਂ ਆਣਗੇ, ਉਹਨਾਂ ਨੂੰ ਮੈਂ ਬॉस्फोरस ਨਦੀ 'ਚ ਸੁੱਟਵਾ ਦੂੰ। ਹੋਰ ਉਹਨੇ ਕੁਝ ਨਹੀਂ ਕੀਤਾ, ਕੋਈ ਉਹਨੇ ਇਲੈਕਸ਼ਨ ਮਟੀਰੀਅਲ ਨਹੀਂ ਛਾਪਿਆ,
ਕੋਈ ਹੋ ਸਕਦਾ ਉਹਨੇ ਸਪੀਚਾਂ ਵੀ ਨਹੀਂ ਦਿੱਤੀਆਂ ਇੰਨੀਆਂ। ਬਾਕੀ ਜਿਹੜਾ ਉਹਦਾ ਕੈਂਡੀਡੇਟ ਸੀਗਾ ਦੂਜਾ, ਉਹਨੇ ਸਾਰੇ ਕੰਮ ਕਰੇ ਸੀ। ਉਹਨੇ ਮੋਟਰ ਕਾਰਾਂ ਵੀ ਚਲਾਈਆਂ ਸੀ, ਬੰਦੇ ਵੀ ਲੱਤਾਂ ਵੀ ਭੰਨੀਆਂ ਸੀ, ਬੰਦੇ ਮਾਰੇ ਵੀ ਸੀ। ਇਹਨੇ ਬਸ ਇੰਨਾ ਹੀ ਕਿਹਾ ਵੀ ਮੈਂ ਤੁਹਾਨੂੰ ਸੁਟਵਾਊਂ। ਹੁਣ ਸੁਟਵਾਊ ਨਹੀਂ ਸੁਟਵਾਊ ਇਹ ਪਤਾ ਨਹੀਂ। ਦ ਯੰਗ Turkish candidate who had conformed to the Western custom of one wife and hardly any mistresses stood by helplessly while his adversary's poll swelled to a triumphant majority. ਹੁਣ ਹੋਇਆ ਕਿ ਜਦੋਂ ਦੇਖੋ 600 ਔਰਤਾਂ ਨੂੰ ਨਾਲ ਲਿਆਇਆ ਤਾਂ ਯਾਦ ਕਰੋ ਕਿੰਨੀਆਂ ਵੋਟਾਂ ਅੱਗੇ ਚੱਲ ਰਿਹਾ ਸੀ ਆਲਰੇਡੀ 200 ਜਾਂ 300। ਹੁਣ 600 ਔਰਤਾਂ ਆ ਗਈਆਂ ਉਹਦੇ ਨਾਲ। ਹੁਣ ਉਹ ਔਰਤਾਂ ਕਿਹਨੂੰ ਵੋਟ ਪਾਣਗੀਆਂ? ਅਲੀ ਨੂੰ। ਤਾਂ ਹੁਣ ਵਿਚਾਰਾ ਜਿਹੜਾ ਯੰਗ ਕੈਂਡੀਡੇਟ ਹੈ ਤਰਕਿਸ਼ ਕੈਂਡੀਡੇਟ, ਉਹ ਹੁਣ ਉਹ ਕਿਹਨੂੰ ਮੰਨਦਾ ਸੀ? ਵੈਸਟ ਦੇ ਕਲਚਰ ਨੂੰ। ਆ ਲਿਖਿਆ ਨਾ ਹੂ ਹੈਡ ਕਨਫਰਮ ਦਾ ਮਤਲਬ ਮੰਨਣਾ, ਕਿ ਉਹ ਮੰਨਦਾ ਸੀਗਾ ਕਿਹਨੂੰ? ਵੈਸਟਰਨ ਕਸਟਮ ਨੂੰ। ਵੈਸਟਰਨ ਕਸਟਮ ਮਤਲਬ ਪੱਛਮੀ ਸੱਭਿਅਤਾ, ਪੱਛਮੀ ਦੇਸ਼ਾਂ ਦੀ ਸੱਭਿਅਤਾ, ਉੱਥੇ ਦਾ ਕਲਚਰ ਉਹਨੂੰ ਮੰਨਦਾ ਸੀ। ਉਸ ਕਲਚਰ 'ਚ ਕੀ ਹੈ? ਵੈਸਟਰਨ ਕਲਚਰ 'ਚ ਕੀ ਹੈ ਕਿ ਹਰ ਪਰਸਨ ਦੀ ਇੱਕ ਵਾਈਫ ਹੋਣੀ ਚਾਹੀਦੀ ਹੈ, ਵਨ ਵਾਈਫ। ਯਾਰ ਸਾਡੇ ਇੰਡੀਆ 'ਚ ਵੀ ਐਵੇਂ ਹੈ, ਵੈਸਟ 'ਚ ਵੀ ਐਵੇਂ ਹੈ, ਲੇਕਿਨ ਮੁਸਲਿਮ ਕੰਟਰੀਜ਼ 'ਚ ਨਹੀਂ ਹੈ। ਤਾਂ ਹੁਣ ਉਹ ਯੰਗ ਤਰਕਿਸ਼ ਕੈਂਡੀਡੇਟ ਤਾਂ ਆਪਣੇ ਆਪ ਨੂੰ ਵੈਸਟ ਦੇ ਅਨੁਸਾਰ ਢਾਲ ਰਿਹਾ ਹੈ ਵੀ ਉੱਥੇ ਵੀ ਹਰ ਇੱਕ ਬੰਦੇ ਦੀ ਇੱਕ ਵਾਈਫ ਹੈ, ਮੇਰੀ ਵੀ ਇੱਕ ਵਾਈਫ ਹੈ, ਤੇ ਉਹਦੀ ਕੋਈ ਮਿਸਟ੍ਰੈਸ ਨਹੀਂ ਸੀ ਨਾ। ਉੱਥੇ ਮਿਸਟ੍ਰੈਸ ਦਾ ਮਤਲਬ ਕੀ ਹੁੰਦਾ ਹੈ? ਰਖੈਲ, ਪੰਜਾਬੀ 'ਚ ਆਪਾਂ ਇਹਨੂੰ ਕਹਿੰਦੇ ਹਾਂ, ਇੰਗਲਿਸ਼ 'ਚ ਆਪਾਂ ਉਸ ਨੂੰ ਮਿਸਟ੍ਰੈਸ ਕਹਿੰਦੇ। ਤਾਂ ਹੁਣ ਉਹ ਜਿਹੜਾ ਯੰਗ ਤਰਕਿਸ਼ ਕੈਂਡੀਡੇਟ ਹੈ ਉਹਦੀ ਇੱਕੋ ਹੀ ਵਾਈਫ ਹੈ। ਰਖੈਲ ਸਮਝਦੇ ਹੋ ਤੁਸੀਂ? ਨਾਜਾਇਜ਼ ਜਿਹੜੀ ਕੋਈ ਇਸਤਰੀ ਉਹਦਾ ਪੁਰਸ਼ ਰੱਖਦਾ ਹੈ ਬਿਨਾਂ ਕਿਸੇ ਰਿਸ਼ਤੇ ਤੋਂ, ਉਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ ਜੀ। ਉਹਨੂੰ ਆਪਾਂ ਇੰਗਲਿਸ਼ 'ਚ ਮਿਸਟ੍ਰੈਸ ਕਹਿੰਦੇ ਹਾਂ। ਮਿਸਟ੍ਰੈਸ ਤੇ ਵਾਈਫ 'ਚ ਬੇਟਾ ਫਰਕ ਹੈ, ਸਮਝੋ। ਵਾਈਫ ਇੱਕ ਕੀ ਹੈ ਕਿ ਤੁਸੀਂ ਇੱਕ ਨਿਯਮ ਦੇ ਅਧੀਨ, ਇੱਕ ਰਸਮਾਂ ਦੇ ਅਧੀਨ ਇੱਕ ਇਸਤਰੀ ਨਾਲ ਕੋਈ ਪੁਰਸ਼ ਸ਼ਾਦੀ ਕਰਾਉਂਦਾ ਹੈ, ਉਹਨੂੰ ਸਾਰਾ ਸਮਾਜ ਸਵੀਕਾਰ ਕਰਦਾ ਹੈ, ਉਹ ਵਾਈਫ ਹੈ। ਲੇਕਿਨ ਮਿਸਟ੍ਰੈਸ ਸਮਾਜ ਸਵੀਕਾਰ ਨਹੀਂ ਕਰਦਾ, ਨਾ ਹੀ ਤੁਸੀਂ ਉਹਦੇ ਨਾਲ ਕੋਈ ਸ਼ਾਦੀ ਕਰਾਈ ਹੈ, ਲੇਕਿਨ ਤੁਸੀਂ ਇਲੀਗਲ ਤਰੀਕੇ ਦੇ ਨਾਲ ਉਸ ਨਾਲ ਰਹਿੰਦੇ ਹੋ, ਉਹ ਮਿਸਟ੍ਰੈਸ ਹੈ। ਤਾਂ ਨਾ ਤਾਂ ਉਹਦੀ ਕੋਈ ਮਿਸਟ੍ਰੈਸ ਹੈ, ਕਿਹਦੀ? ਯੰਗ ਤਰਕਿਸ਼ ਕੈਂਡੀਡੇਟ ਦੀ ਵਾਈਫ ਵੀ ਇੱਕ ਹੈ। ਦੂਜੇ ਪਾਸੇ ਅਲੀ ਦਾ ਬਲੈਸਡ ਵਾਈਫ ਵੀ ਰੱਖੀ ਬੈਠਾ ਹੈ ਤੇ ਹੋਰ ਬਹੁਤ ਸਾਰੀਆਂ ਉਹਦੀਆਂ ਮਿਸਟ੍ਰੈਸਿਸ ਵੀ ਹੈ। ਸਾਰੀਆਂ ਨੂੰ ਇਕੱਠੀਆਂ ਨੂੰ ਕਰਕੇ ਲਿਆਇਆ, 600 ਵੋਟਾਂ ਤੇ ਜਿੱਤ ਗਿਆ। ਤੇ ਉਹਦੀ ਜਿਹੜੀ ਐਡਵਰਸਰੀ ਦਾ ਮਤਲਬ ਕੀ ਹੈ? ਉਹਦਾ ਓਪੋਨੈਂਟ, ਉਹਦਾ ਵਿਰੋਧੀ। ਤਾਂ ਵਿਰੋਧੀ ਦਾ ਜਿਹੜਾ ਪੋਲ ਹੈ, ਮਤਲਬ ਕਿ ਜਿਹੜੀ ਚੋਣ ਹੈ, ਉਹਦੇ ਨਾਲ ਉਹਦੀ ਟ੍ਰਾਇੰਫੈਂਟ ਮੈਜੋਰਿਟੀ। ਟ੍ਰਾਇੰਫੈਂਟ ਦਾ ਮਤਲਬ ਬਹੁਤ ਵੱਡੀ ਜਿੱਤ, ਬਹੁਤ ਵੱਡੀ ਜਿੱਤ ਹੋ ਜਾਂਦੀ ਹੈ, ਮੈਜੋਰਿਟੀ ਦੇ ਨਾਲ ਹੋ ਜਾਂਦੀ ਹੈ। ਜਿੱਥੇ 200-300 ਵੋਟਾਂ ਤੇ ਅਲੀ ਹਾਰ ਰਿਹਾ ਸੀ, ਜਦੋਂ 600 ਔਰਤਾਂ ਨੂੰ ਲੈ ਕੇ ਆਇਆ ਤਾਂ 200-300 ਵੋਟਾਂ ਤੇ ਜਿੱਤ ਗਿਆ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਸਰਪ੍ਰਾਈਜ਼ ਐਂਡਿੰਗ ਕੀ ਹੈ? ਆਹ ਹੈ ਸਰਪ੍ਰਾਈਜ਼ ਐਂਡ। ਤਾਂ ਇਹ ਸੀਗਾ ਜੀ ਸਾਡਾ 10ਵਾਂ ਪੈਰਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 11th point, Christabel Columbus, he exclaimed, invoking in some confusion the name of a distinguished pioneer, who would have thought it? ਇੱਥੇ ਹੀ ਦਾ ਮਤਲਬ ਹੈ ਬੇਟਾ the young Turkish candidate, ਇੱਥੇ ਉਹ ਹੈ। ਤਾਂ ਉਹ ਹੈਰਾਨ ਹੋ ਕੇ ਬੋਲਦਾ ਹੈ, ਤਰਕਿਸ਼ ਕੈਂਡੀਡੇਟ, ਕਿਉਂ? ਜਦੋਂ ਦੇਖਦਾ ਹੈ ਕਿ ਮੈਂ ਤਾਂ ਜਿੱਤੀ ਜਿਤਾਈ ਬਾਜੀ ਹਾਰ ਗਿਆ,
ਤਾਂ ਉਹ ਹੈਰਾਨ ਹੋ ਕੇ ਬੋਲਦਾ ਹੈ ਕ੍ਰਿਸਟੋਬਲ ਕੋਲੰਬਸ। ਹੁਣ ਤੁਹਾਨੂੰ ਯਾਦ ਹੋਣਾ ਬੇਟਾ ਕੋਲੰਬਸ ਕੌਣ ਹੈ, ਇਹ ਤੁਸੀਂ ਐਸਐਸ ਚ ਪੜ੍ਹਿਆ ਹੋਇਆ ਹੈ। ਕੋਲੰਬਸ ਇੱਕ ਪੁਰਤਗਾਲ ਦਾ ਮਲਾਹ ਸੀਗਾ, ਸੇਲਰ। ਉਸਨੇ USA ਦੀ ਖੋਜ ਕੀਤੀ ਸੀ, ਜਿਹੜੀ USA ਮਹਾਦੀਪ ਹੈ ਉਸ ਦੀ ਖੋਜ ਕੀਤੀ ਸੀ। ਕੋਲੰਬਸ ਦਾ ਨਾਂ ਸੁਣਿਆ ਕਿ ਨਹੀਂ ਸੁਣਿਆ? ਸੁਣਿਆ ਨਹੀਂ, ਫਿਰ ਐਸਐਸ ਤੁਸੀਂ ਪੜ੍ਹੀਓ ਨਹੀਂ ਚੱਜ ਨਾਲ, ਇਹਦਾ ਮਤਲਬ ਇਹ ਹੋਇਆ। ਤਾਂ ਹੁਣ ਦੇਖੋ ਜਦੋਂ ਵੀ ਆਪਾਂ ਬੇਟਾ ਹੈਰਾਨ ਹੁੰਨੇ ਆ, ਇਦਾਂ ਦੀ ਕੋਈ ਗੱਲ ਹੋ ਜੇ ਵੀ ਆਪਾਂ ਨੂੰ ਲੱਗੇ ਵੀ ਆਪਾਂ ਤਾਂ ਦੇਖੋ ਜਿੱਤ ਦੀ ਬਾਜੀ ਹਾਰ ਗਏ, ਤਾਂ ਆਪਾਂ ਰੱਬ ਨੂੰ ਯਾਦ ਕਰਦੇ ਵੀ ਹਾਏ ਰੱਬਾ ਆ ਕੀ ਹੋ ਗਿਆ, ਐਂ ਕਹਿੰਦੇ ਆ। ਉਹਨੇ ਕਹਿਣਾ ਤਾਂ ਸੀ ਰੱਬ, ਹਾਏ ਰੱਬਾ। ਰੱਬ ਈਸਾਈ ਧਰਮ ਚ ਕਿਹਨੂੰ ਕਿਹਾ ਜਾਂਦਾ? ਕ੍ਰਾਈਸਟ ਨੂੰ, ਜੀਸਸ ਕ੍ਰਾਈਸਟ। ਉਹਨੇ ਨਾਮ ਤਾਂ ਕ੍ਰਾਈਸਟ ਦਾ ਲੈਣਾ ਸੀ, ਤੇ ਨਾਮ ਕਿਹਦਾ ਲੈਤਾ? ਕੋਲੰਬਸ ਦਾ। ਐਕਚੁਅਲੀ ਉਹਦਾ ਨਾਮ ਕੀ ਹੈ ਕੋਲੰਬਸ ਦਾ? ਆਈ ਥਿੰਕ ਪੂਰਾ ਨਾਮ ਹੈ ਕ੍ਰਿਸਟੋਫਰ ਕੋਲੰਬਸ। ਉਹਨੇ ਕ੍ਰਿਸਟੋਫਰ ਕੋਲੰਬਸ ਤਾਂ ਕਿਹਾ ਨਹੀਂ, ਕ੍ਰਿਸਟੋਬਲ ਕੋਲੰਬਸ ਕਹਿਤਾ। ਕਿਉਂ? ਕਿਉਂਕਿ ਉਹ ਇੰਨਾ ਜ਼ਿਆਦਾ ਕਨਫਿਊਜ਼ ਸੀ। ਇੱਥੇ ਕਨਫਿਊਜ਼ਨ ਲਿਖਿਆ ਨਾ, ਇੰਨੀ ਜ਼ਿਆਦਾ ਉਹਨੂੰ ਵਿਚਾਰੇ ਨੂੰ ਕਨਫਿਊਜ਼ਨ ਸੀਗੀ ਕਿ ਉਹਦੇ ਤੋਂ ਰੱਬ ਦਾ ਵੀ ਨਾਮ ਚੰਗੀ ਤਰ੍ਹਾਂ ਉਸ ਕਨਫਿਊਜ਼ਨ ਚ ਲਿਆ ਨਹੀਂ ਗਿਆ, ਕਿਸੇ ਹੋਰ ਦਾ ਹੀ ਨਾਮ ਲੈਤਾ। ਤੇ ਉਹਨੇ ਕਿਹਦਾ ਨਾਮ ਲੈਤਾ? ਆ ਡਿਸਟਿੰਗੁਇਸ਼ਡ ਪਾਇਓਨੀਅਰ। ਡਿਸਟਿੰਗੁਇਸ਼ ਦਾ ਮਤਲਬ ਹੁੰਦਾ ਹੈ ਇੱਕ ਅਜਿਹਾ ਪਰਸਨ ਜੋ ਆਪਣੀ ਇੱਕ ਵਿਲੱਖਣ ਪਛਾਣ ਬਣਾਉਂਦਾ ਹੈ ਨਾ। ਪਹਿਲਾਂ ਵੀ ਸ਼ਬਦ ਬਹੁਤ ਵਾਰੀ ਆਇਆ ਹੈ। ਤਾਂ ਵਿਲੱਖਣ ਪਛਾਣ ਵਾਲੇ ਬੰਦੇ ਦਾ ਨਾਮ ਲਿਆ ਪਾਇਓਨੀਅਰ, ਜਿਸਨੇ ਕਿ ਇੱਕ ਨਵੀਂ ਚੀਜ਼ ਸਾਨੂੰ ਦਿਖਾਈ ਸੀਗੀ। ਕੋਲੰਬਸ ਨੇ ਨਵਾਂ ਮਹਾਦੀਪ ਲੱਭਿਆ ਸੀ, ਉਹਦਾ ਹੀ ਨਾਮ ਲੈਤਾ ਉਹਨੇ। ਤੇ ਫਿਰ ਉਹਨੇ ਕਿਹਾ who would have thought it, ਕਿਹਨੇ ਸੋਚਿਆ ਸੀ ਵੀ ਐ ਹੋ ਜੂ ਕਿ ਮੈਂ ਹਾਰ ਜੂ। ਮੈਂ ਤਾਂ ਜਿੱਤ ਰਿਹਾ ਸੀ 200-300 ਵੋਟਾਂ ਤੇ, ਹੁਣ 300 ਵੋਟਾਂ ਤੇ ਹਾਰ ਗਿਆ ਮੈਂ। ਤਾਂ ਬੜਾ ਉਹਨੂੰ ਵਿਚਾਰੇ ਨੂੰ ਕਨਫਿਊਜ਼ਨ ਹੋਈ, ਤੇ ਦੇਖੋ ਕਨਫਿਊਜ਼ਨ ਚ ਉਹਨੇ ਨਾਮ ਵੀ ਗਲਤ ਲੈਤਾ। 12th, strange mused Ali that one who harangued so clamorously about the secret ballot should have overlooked the wheeled vote। ਹੁਣ 12ਵੇਂ ਪੁਆਇੰਟ ਦੇ ਵਿੱਚ ਜਿਹੜਾ ਅਲੀ ਹੈ ਉਹ ਬੋਲਦਾ ਹੈ, ਅਲੀ ਦਾ ਬਲੈਸਡ। ਉਹ ਕਹਿੰਦਾ ਯਾਰ ਅਜੀਬ ਜੀ ਗੱਲ ਹੋ ਗਈ। ਕਹਿੰਦਾ ਜਿਹੜੇ ਬੰਦੇ ਨੇ ਇੰਨੇ ਰੋਲੇ ਰੱਪੇ ਵਾਲੇ ਭਾਸ਼ਣ ਦਿੱਤੇ, ਇੱਥੇ ਹਰੈਂਗ ਸ਼ਬਦ ਹੈ ਬੇਟਾ। ਹਰੈਂਗ ਦਾ ਮਤਲਬ ਹੁੰਦਾ ਸਪੀਚ ਦੇਣਾ, ਭਾਸ਼ਣ ਦੇਣਾ। ਕਲੈਮਰਸਲੀ ਦਾ ਮਤਲਬ ਨੋਇਜ਼ੀ, ਮਤਲਬ ਨੋਇਜ਼ ਵਾਲੇ ਭਾਸ਼ਣ ਹੈ ਨਾ। ਕਿ ਇੰਨੇ ਨੋਇਜ਼ ਵਾਲੇ ਭਾਸ਼ਣ, ਇੰਨੇ ਰੋਲੇ ਰੱਪੇ ਵਾਲੇ ਭਾਸ਼ਣ ਦਿੱਤੇ ਕਾਦੇ ਬਾਰੇ? ਸੀਕ੍ਰੇਟ ਬੈਲਟ। ਸੀਕ੍ਰੇਟ ਬੈਲਟ ਦਾ ਮਤਲਬ ਦੇਖੋ, ਆਪਾਂ ਜਦੋਂ ਵੋਟ ਪਾਉਣ ਜਾਂਦੇ ਹਾਂ ਸੀਕ੍ਰੇਟ ਹੁੰਦਾ ਨਾ, ਕੋਈ ਦੇਖਦਾ ਨਹੀਂ ਆਪਾਂ ਨੂੰ। ਆਪਾਂ ਜਦੋਂ ਵੋਟ ਪਾਉਣ ਜਾਂਦੇ ਹਾਂ, ਆਪਾਂ ਜਿਹਨੂੰ ਵੋਟ ਪਾਣੀ ਹੈ ਉਹਦੇ ਤੇ ਨਾਮ ਤੇ ਮੋਹਰ ਲਾ ਕੇ ਬਿਨਾਂ ਕਿਸੇ ਨੂੰ ਦਿਖਾਏ ਵੋਟ ਪਾ ਦਿੰਦੇ ਆ, ਜਾਂ ਬਟਨ ਦਬਾ ਦਿੰਦੇ ਆ, ਕਿਸੇ ਨੂੰ ਪਤਾ ਨਹੀਂ ਲੱਗਦਾ। ਤੈਨੂੰ ਸੀਕ੍ਰੇਟ ਬੈਲਟ ਕਹਿੰਦੇ ਆ। ਕਹਿੰਦੇ ਇਸ ਬੰਦੇ ਨੇ ਕਿਨੇ ਭਲਾ, ਯੰਗ ਤਰਕਿਸ਼ ਕੈਂਡੀਡੇਟ ਨੇ ਸੀਕ੍ਰੇਟ ਬੈਲਟ ਦੇ ਬਾਰੇ ਐਡੇ ਐਡੇ ਭਾਸ਼ਣ ਦਿੱਤੇ, ਰੋਲਾ ਰੱਪਾ ਪਾਇਆ ਇੰਨਾ, ਪਰ ਇਹਨੇ ਕਿਹਦਾ ਧਿਆਨ ਨਹੀਂ ਰੱਖਿਆ? ਵੀਲਡ ਵੋਟ ਦਾ ਧਿਆਨ ਨਹੀਂ ਰੱਖਿਆ। ਵੀਲਡ ਵੋਟ ਕਿਹਨੂੰ ਕਿਹਾ ਗਿਆ? ਵੀਲ ਦਾ ਮਤਲਬ ਕੀ ਹੁੰਦਾ ਬੇਟਾ? ਜਦ ਆਪਾਂ ਨਕਾਬ ਲੈ ਲੈਂਦੇ ਆ ਚਿਹਰੇ ਤੇ, ਉਹਨੂੰ ਕਹਿੰਦੇ ਨੇ ਵੀਲ। ਪਰਦਾ ਪਾ ਲੈਂਦੇ ਆ ਚਿਹਰੇ ਤੇ। ਪਰਦਾ ਕੌਣ ਪਾਉਂਦੀਆਂ ਨੇ? ਮੁਸਲਿਮ ਔਰਤਾਂ ਪਾਉਂਦੀਆਂ ਨੇ। ਤੇ ਇੱਥੇ ਵੀਲਡ ਵੋਟ ਕਿਹਨੂੰ ਕਿਹਾ ਗਿਆ? ਉਹਨਾਂ ਔਰਤਾਂ ਨੂੰ ਕਿਹਾ ਗਿਆ ਜਿਹੜੇ ਨਕਾਬ ਪਾ ਕੇ ਆਈਆਂ ਸੀਗੀਆਂ ਵੋਟ ਪਾਉਣ, ਉਹਦੇ ਨਾਲ 600। ਤਾਂ ਹੁਣ ਉਹ ਅਲੀ ਕੀ ਕਹਿ ਰਿਹਾ ਇੱਥੇ? ਵੀ ਇਹਨੇ ਉਹਨਾਂ ਦਾ ਤਾਂ ਧਿਆਨ ਰੱਖਿਆ ਨਹੀਂ, ਦੂਜੇ ਪਾਸੇ ਧਿਆਨ ਦੇਈ ਗਿਆ ਇਹ ਭਾਸ਼ਣਾਂ ਤੇ ਹੋਰ ਚੀਜ਼ਾਂ ਤੇ। ਉਧਰ ਧਿਆਨ ਦਿੰਦਾ ਤਾਂ ਸ਼ਾਇਦ ਜਿੱਤ ਜਾਂਦਾ। ਹੁਣ ਮੈਂ ਜਿੱਤ ਗਿਆ। ਸਮਝ ਆ ਗਈ ਗੱਲ? ਤਾਂ 12ਵਾਂ ਪੁਆਇੰਟ ਇਹ ਹੈ। 13th, and walking homeward with his constituents he murmured in his beard an improvisation on the heretic poet of Persia। ਹੁਣ ਉਹ ਬਈ ਆਪਣੇ ਘਰ ਵੱਲ ਜਾ ਰਿਹਾ ਹੈ, walking homeward। ਜਿੱਤ ਗਿਆ ਕੌਣ ਭਲਾ? ਅਲੀ ਦਾ ਬਲੈਸਡ। ਅਲੀ ਦਾ ਬਲੈਸਡ ਹੁਣ ਜਿੱਤ ਗਿਆ ਆਪਣੇ ਕਨਸਟੀਚੁਐਂਟਸ ਦੇ ਨਾਲ। ਨਾ ਇੱਥੇ ਕਨਸਟੀਚੁਐਂਟਸ ਕਿਹਨੂੰ ਕਿਹਾ ਗਿਆ ਬੇਟਾ? ਜਿਨ੍ਹਾਂ ਨੇ ਆ ਕੇ ਵੋਟਾਂ ਪਾਈਆਂ, ਉਹੀ 600 ਔਰਤਾਂ। ਉਹਨਾਂ ਦੇ ਨਾਲ ਉਹ ਆਪਣੇ ਘਰ ਨੂੰ ਜਾ ਰਿਹਾ ਹੈ ਅਤੇ ਆਪਣੀ, ਇੱਥੇ ਹੁਣ ਬੀਅਰਡ ਦਾ ਮਤਲਬ ਦਾੜੀ ਹੈ। ਦਾੜੀ ਦਾ ਮਤਲਬ ਇੱਥੇ ਮੂੰਹ ਤੋਂ ਆਇਆ ਨਾ, ਕਿ ਆਪਣੇ ਮੂੰਹ ਦੇ ਵਿੱਚ ਕੁਝ ਬੜਬੜਾ ਰਿਹਾ ਹੈ, ਮਰਮਡ, ਕੁਝ ਹੌਲੀ ਹੌਲੀ ਬੋਲ ਰਿਹਾ ਹੈ। ਕੀ ਬੋਲ ਰਿਹਾ ਹੈ? ਇੱਕ ਪਰਸ਼ੀਆ ਦਾ ਬੇਟਾ ਹੈਰੇਟਿਕ ਪੋਇਟ ਹੈ। ਪਰਸ਼ੀਆ ਸ਼ਬਦ ਪਹਿਲਾਂ ਵੀ ਆਇਆ ਸੀ ਨਾ, ਦਾਦੀ ਮਾਂ ਯਾਦ ਕਰੋ, ਪਰਸ਼ੀਅਨ ਗ੍ਰੈਂਡ ਮਦਰ ਹੈ। ਤਾਂ ਪਰਸ਼ੀਆ ਦਾ ਇੱਕ ਪੋਇਟ ਹੈ ਹੈਰੇਟਿਕ। ਹੈਰੇਟਿਕ ਦਾ ਮਤਲਬ ਕੀ ਹੁੰਦਾ ਹੈ? ਹੈਰੇਟਿਕ ਦਾ ਮਤਲਬ ਹੁੰਦਾ ਬੇਟਾ ਵੀ ਜਿਹੜਾ ਥੋੜਾ ਜਿਹਾ ਨਾ ਆਮ ਜਿਹੜੇ ਵਿਚਾਰ ਤੋਂ ਉਲਟ ਵਿਚਾਰ ਰੱਖੇ। ਵੀ ਮੰਨ ਲਓ ਸਾਰੇ ਲੋਕ ਤਾਂ ਇੱਕ ਗੱਲ ਸੋਚਣ ਜਾਂ ਕਿਸੇ ਚੀਜ਼ ਨੂੰ ਮੰਨਣ, ਉਹ ਉਹਨਾਂ ਤੋਂ ਉਲਟ ਚੱਲੇ, ਉਹਨੂੰ ਆਪਾਂ ਹੈਰੇਟਿਕ ਕਹਿੰਦੇ ਹਾਂ। ਹੈਰੇਟਿਕ ਵੈਸੇ ਧਰਮ ਵਿਰੋਧੀ ਬੰਦੇ ਨੂੰ ਵੀ ਕਿਹਾ ਜਾਂਦਾ, ਠੀਕ ਹੈ। ਤਾਂ ਇੱਕ ਅਜਿਹਾ ਹੀ ਪੋਇਟ ਹੈ, ਹੈਰੇਟਿਕ ਪੋਇਟ ਹੈ ਪਰਸ਼ੀਆ ਦਾ। ਉਹਦੀਆਂ ਕੁਝ ਲਾਈਨਾਂ ਉਹ ਆਪਣੇ ਅਨੁਸਾਰ ਇੰਪਰੋਵਾਈਜ਼ ਕਰਕੇ, ਇੰਪਰੋਵਾਈਜ਼ ਦਾ ਮਤਲਬ ਥੋੜੀ ਬਹੁਤੀਆਂ ਬਦਲ ਕੇ
ਉਹ ਆਪਣੇ ਮੂੰਹ 'ਚ ਬੜਬੜਾ ਰਿਹਾ ਹੈ, ਬੋਲ ਰਿਹਾ ਲਾਈਨਾਂ। ਤਾਂ ਉਹ ਕਿਹੜੀਆਂ ਲਾਈਨਾਂ ਨੇ? ਉਹ ਤੁਹਾਡੀਆਂ 14th ਪੈਰੇ 'ਚ ਨੇ। ਹੁਣ ਦੇਖੋ ਤੁਸੀਂ 14th ਪੈਰੇ ਦੇ ਵਿੱਚ ਬੇਟਾ 4 ਲਾਈਨਾਂ ਦੇਖ ਰਹੇ ਹੋ। ਇਹ ਬੇਸਿਕਲੀ ਇਹ ਪੋਇਮ ਦੀਆਂ ਲਾਈਨਾਂ ਨੇ। ਇਹ ਪੋਇਮ ਕਿਹਦੀ ਹੈ? ਕਿਸੇ ਪਰਸ਼ੀਅਨ ਪੋਇਟ ਦੀ ਪੋਇਮ ਹੈ। ਜਿਵੇਂ ਪਹਿਲੀ ਲਾਈਨ ਹੈ ਦੇਖੋ, one rich in metaphors his cause contrives to urge with edged words like Kabul knives, and I who versed him in this story game was never rich in anything but wives। ਪੋਇਮ ਦੀਆਂ ਲਾਈਨਾਂ ਨੇ। ਦੇਖੋ contrives, knives, wives, A ਹੈ ਨਾ, ਰਾਈਮਿੰਗ ਸਕੀਮ ਬਣ ਗਈ। ਤਾਂ ਇਹਦਾ ਮਤਲਬ ਇਹ ਪੋਇਮ ਹੈ। ਇਹਦਾ ਮਤਲਬ ਕੀ ਹੈ? ਹੁਣ ਇਹਨਾਂ ਲਾਈਨਾਂ ਦੇ ਵਿੱਚ ਨਾ ਉਹ ਆਪਣੀ ਅਤੇ ਆਪਣੇ ਵਿਰੋਧੀ ਜਿਹੜਾ ਹਾਰਿਆ ਹੈ, ਯੰਗ ਤਰਕਿਸ਼ ਕੈਂਡੀਡੇਟ, ਉਹਦੀ ਗੱਲ ਕਰ ਰਿਹਾ। ਪਹਿਲੀਆਂ 2 ਲਾਈਨਾਂ ਜਿਹੜੀਆਂ ਉਹਦੇ ਵਿੱਚ ਜਿਹੜਾ ਯੰਗ ਤਰਕਿਸ਼ ਕੈਂਡੀਡੇਟ ਹੈ ਉਹਦੀ ਗੱਲ ਹੋ ਰਹੀ ਹੈ। ਉਹ ਕਹਿੰਦਾ ਉਹ ਬੰਦਾ ਕੌਣ ਭਲਾ? ਵਨ ਇੱਥੇ ਕਿਹਨੂੰ ਕਿਹਾ ਗਿਆ? ਯੰਗ ਤਰਕਿਸ਼ ਕੈਂਡੀਡੇਟ ਨੂੰ ਕਿਹਾ ਗਿਆ। ਤੇ ਜਿਹੜਾ ਯੰਗ ਤਰਕਿਸ਼ ਕੈਂਡੀਡੇਟ ਹੈ ਉਹਨੇ ਬਹੁਤ ਸਾਰੇ ਭਾਸ਼ਣ ਦਿੱਤੇ। ਰਿਚ ਇਨ ਮੈਟਾਫੋਰਸ ਹਿਸ ਕਾਜ਼ ਕੰਟਰਾਈਵਸ। ਮੈਟਾਫੋਰਸ ਯਾਦ ਕਰੋ, ਸਿਮਿਲੀ ਮੈਟਾਫੋਰ ਤੁਹਾਨੂੰ ਮੈਂ ਕਰਵਾਏ ਹੋਏ ਨੇ, ਉਹੀ ਚੀਜ਼ ਹੈ ਕਿ ਉਹਨੇ ਤਰ੍ਹਾਂ ਦੀਆਂ ਐਗਜ਼ਾਮਪਲਾਂ ਦੇ ਕੇ ਲੋਕਾਂ ਦੇ ਅੱਗੇ ਭਾਸ਼ਣ ਦਿੱਤੇ। ਐਜਡ ਵਰਡਸ, ਦੂਜੇ ਲਾਈਨ 'ਚ ਆਇਆ ਦੇਖੋ, ਐਜਡ ਵਰਡਸ, ਉਹਨੇ ਅਜਿਹੇ ਸ਼ਬਦ ਯੂਜ਼ ਕੀਤੇ ਜਿਹੜੇ ਐਵੇਂ ਲੱਗਦੇ ਸੀ ਜਿਵੇਂ ਕਾਬੁਲ ਤੋਂ ਨਾਈਫ ਲਿਆਂਦੇ ਹੋਣ, ਕਾਬੁਲ ਦੇ ਚਾਕੂ ਹੋਣ। ਇਹੋ ਜਿਹੇ ਉਹਨੇ ਸ਼ਬਦ ਮੇਰੇ ਵਿਰੁੱਧ ਵਰਤੇ। ਵੀ ਮਤਲਬ ਬੜੇ ਜੋਸ਼ੀਲੇ ਭਾਸ਼ਣ ਦਿੱਤੇ ਉਸ ਬੰਦੇ ਨੇ। ਬਹੁਤ ਕੋਸ਼ਿਸ਼ ਕੀਤੀ ਵੀ ਭਾਸ਼ਣਾਂ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਉਹ ਮੈਨੂੰ ਹਰਾ ਦੂਗਾ। ਹੋਇਆ ਕਿ ਮੈਂ ਕੀ ਕਰਿਆ? ਅਗਲੀਆਂ 2 ਲਾਈਨਾਂ ਦੇ ਵਿੱਚ ਉਹ ਆਪਣੀ ਗੱਲ ਕਰ ਰਿਹਾ ਹੈ, ਐਂਡ ਆਈ ਹੂ ਵਰਸਡ ਹਿਮ, ਪਰ ਮੈਂ ਉਹਨੂੰ ਹਰਾਤਾ। ਇੱਥੇ ਵਰਸ ਦਾ ਮਤਲਬ ਹੈ ਹਰਾਣਾ, ਕਿ ਮੈਂ ਉਸ ਨੂੰ ਹਰਾਤਾ। ਇਨ ਦਿਸ ਸੌਰੀ ਗੇਮ, ਇਸ ਗੇਮ ਦੇ ਵਿੱਚ ਜਿਹੜੀ ਉਹਦੇ ਲਈ ਬੜੀ ਸੌਰੀ ਰਹੀ ਕਿਉਂਕਿ ਹਾਰ ਗਿਆ ਉਹ। ਮੈਂ ਇਸ ਗੇਮ ਦੇ ਵਿੱਚ ਉਹਨੂੰ ਹਰਾਤਾ ਅਤੇ ਮੈਂ ਕਿਸੇ ਵੀ ਚੀਜ਼ ਦੇ ਵਿੱਚ ਉਹਦੇ ਨਾਲੋਂ ਅਮੀਰ ਨਹੀਂ ਸੀ। was never rich in anything, ਮੇਰੇ ਨਾਲੋਂ ਉਹ ਹਰ ਚੀਜ਼ 'ਚ ਅਮੀਰ ਸੀ। ਕੌਣ ਭਲਾ? ਯੰਗ ਤਰਕਿਸ਼ ਕੈਂਡੀਡੇਟ। ਉਹਦੇ ਕੋਲੇ ਪੈਸਾ ਵੀ ਸੀ, ਉਹਦੇ ਕੋਲੇ ਸਰਕਾਰੀ ਮਸ਼ੀਨਰੀ ਵੀ ਸੀ। ਉਹਨੇ ਪੂਰਾ ਜ਼ੋਰ ਲਾਇਆ, ਮੋਟਰ ਕਾਰਾਂ ਲਾਤੀਆਂ, ਲੋਕਾਂ ਦੀਆਂ ਲੱਤਾਂ ਵੀ ਤੜਾਈਆਂ, ਮਾਰਿਆ ਵੀ, ਸਾਰੇ ਕਿਤੇ ਕੁਝ ਹੋਇਆ। ਮੇਰੇ ਕੋਲ ਤਾਂ ਇਹੋ ਜਿਹਾ ਕੁਝ ਨਹੀਂ ਸੀ। ਮੈਂ ਕਿਸੇ ਪਾਸੇ ਉਹਦੇ ਨਾਲੋਂ ਅਮੀਰ ਨਹੀਂ ਸੀ, ਪਰ ਇੱਕ ਚੀਜ਼ 'ਚ ਅਮੀਰ ਸੀ। ਕਿਹਦੇ 'ਚ? ਬਟ ਵਾਈਵਸ। ਮੇਰੇ ਕੋਲੇ ਉਹਦੇ ਨਾਲੋਂ ਕੀ ਸੀ ਜ਼ਿਆਦਾ? ਘਰ ਵਾਲੀਆਂ। ਤਾਂ ਮੇਰੀਆਂ ਵਾਈਵਸ ਉਹਦੇ ਨਾਲੋਂ ਜ਼ਿਆਦਾ ਸੀ, ਉਹਦੇ ਕਰਕੇ ਮੈਂ ਜਿੱਤ ਗਿਆ, ਉਹਦੇ ਕਰਕੇ ਮੈਂ ਉਹਨੂੰ ਹਰਾਤਾ। ਤਾਂ ਇਹ ਸ਼ਬਦ ਬੋਲਦਾ ਹੋਇਆ ਉਹ ਹੁਣ ਆਪਣੀਆਂ ਜਿਹੜੀਆਂ ਮਿਸਟ੍ਰੈਸਿਸ ਨੇ ਜਾਂ ਵਾਈਵਸ ਨੇ ਉਹਦੇ ਨਾਲੋਂ ਜਾ ਰਿਹਾ ਹੈ। ਤੇ ਇੱਥੇ ਸਾਡੀ ਸਟੋਰੀ ਦਾ ਐਂਡ ਹੋ ਜਾਂਦਾ। ਤਾਂ ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਸਾਰਾ ਚੈਪਟਰ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਇਸ ਚੈਪਟਰ ਨਾਲ ਰਿਲੇਟਡ ਅਤੇ +2 ਇੰਗਲਿਸ਼ ਇਲੈਕਟਿਵ ਨਾਲ ਰਿਲੇਟਡ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਇਸ ਚੈਪਟਰ ਦੀ ਸੀਰੀਜ਼ ਦੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਨਾਲ ਰਿਲੇਟਡ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ ਵਿਦ ਸੋਲੂਸ਼ਨਸ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।